ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ education.com ਤੇ ਨਿੱਘਾ ਸਵਾਗਤ ਹੈ। ਮੈਂ SP ਬਰਾੜ ਇੱਕ ਵਾਰ ਫਿਰ ਤੋਂ ਪੰਜਾਬੀ ਸਾਹਿਤ ਨਾਲ ਸੰਬੰਧਿਤ ਇੱਕ ਵਿਸ਼ੇ ਨੂੰ ਲੈ ਕੇ ਹਾਜ਼ਰ ਹਾਂ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਵਿਸ਼ਿਆਂ 'ਤੇ ਖਾਸ ਤੌਰ 'ਤੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਜੁੜੇ ਹੋਏ ਵਿਸ਼ਿਆਂ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਦੀ ਰਹਾਂ। ਮੈਂ ਆਸ ਕਰਦੀ ਹਾਂ ਕਿ ਮੇਰਾ ਇਹ ਯਤਨ ਵਿਦਿਆਰਥੀਆਂ ਲਈ, ਖਾਸ ਕਰਕੇ ਪ੍ਰਾਈਵੇਟ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ। ਸੋ ਵਿਦਿਆਰਥੀਓ, ਅੱਜ ਸਾਡੀ ਚਰਚਾ ਦਾ ਧੁਰਾ ਹੈ ਪੰਜਾਬੀ ਨਾਵਲ ਦੁਆਬਾ, ਜੋ ਕਿ ਅਫਜ਼ਲ ਅਹਿਸਨ ਰੰਧਾਵਾ ਦਾ ਲਿਖਿਆ ਹੋਇਆ ਹੈ। ਇਹ ਨਾਵਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ 94ਵੀਂ ਪੰਜਾਬੀ ਦੇ ਵਿਸ਼ੇ ਦੇ ਵਜੋਂ ਸਿਲੇਬਸ ਦੇ ਵਿੱਚ ਲਗਾਇਆ ਗਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਨਾਵਲ ਦੇ ਵਿਸ਼ਾ ਵਸਤੂ ਅਤੇ ਪਾਤਰ ਚਿੱਤਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਇਸ ਨਾਵਲ ਦੇ ਵਿੱਚ ਆਈਆਂ ਪ੍ਰਮੁੱਖ ਸਤਰਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਪ੍ਰਸੰਗ ਦੱਸ ਕੇ ਵਿਆਖਿਆ। ਉਹ ਮੁੰਡਿਓ, ਤੁਸਾਂ ਇਹ ਪੱਥਰ ਕੀ ਚੁੱਕਣਾ ਹੈ? ਭਾਈ ਵੀਰੋ, ਇਹ ਪੱਥਰ ਚੁੱਕਣ ਵਾਲੇ ਲੱਦ ਗਏ ਓਏ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਫੌਜਾ ਸਿੰਘ ਤਕੜੇ ਸਰੀਰ ਵਾਲੇ ਉਹਨਾਂ ਸਾਰੇ ਨੌਜਵਾਨਾਂ ਨੂੰ ਕਹਿੰਦਾ ਸੀ ਜਿਹੜੇ ਪਿੰਡ ਦੇ ਦਾਇਰੇ ਵਿੱਚ ਪਏ ਭਾਰੇ ਪੱਥਰ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਸਨ, ਪਰ ਇਸ ਵਿੱਚ ਕਾਮਯਾਬ ਨਹੀਂ ਸਨ ਹੁੰਦੇ। ਵਿਆਖਿਆ। ਫੌਜਾ ਸਿੰਘ ਨੌਜਵਾਨਾਂ ਨੂੰ ਪੱਥਰ ਚੁੱਕਣ ਵਿੱਚ ਕਾਮਯਾਬ ਹੁੰਦੇ ਨਾ ਦੇਖ ਕੇ ਉਹਨਾਂ ਨੂੰ ਮਿਹਣਾ ਮਾਰਦਾ ਹੈ ਕਿ ਉਹਨਾਂ ਦੇ ਸਰੀਰਾਂ ਵਿੱਚ ਇੰਨੀ ਜਾਨ ਨਹੀਂ ਕਿ ਉਹ ਇਸ ਪੱਥਰ ਨੂੰ ਚੁੱਕ ਸਕਣ। ਉਹ ਕਹਿੰਦਾ ਹੈ ਕਿ ਇਸ ਪੱਥਰ ਨੂੰ ਚੁੱਕਣ ਵਾਲੇ ਜ਼ੋਰਾਵਰ ਹੁਣ ਇਸ ਦੁਨੀਆ ਤੋਂ ਕੂਚ ਕਰ ਚੁੱਕੇ ਹਨ। ਉਸ ਦਾ ਇਸ਼ਾਰਾ ਆਪਣੇ ਮਿੱਤਰ ਲੱਖੀ ਦੇ ਬਾਪ ਵਰਿਆਮ ਸਿੰਘ ਵੱਲ ਹੁੰਦਾ ਹੈ, ਜੋ ਇਕੱਲਾ ਬੰਦਾ ਸੀ ਜਿਸ ਨੇ ਉਸ ਪੱਥਰ ਨੂੰ ਚੁੱਕ ਕੇ ਉਸ ਦਾ ਬਾਲਾ ਕੱਢਿਆ ਸੀ, ਪਰ ਉਹ ਵਰਿਆਮ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਰਿਹਾ। ਅੱਗੇ। ਜਾਨ ਦੇ ਪੁੱਤਰਾ, ਅਜੇ ਤੂੰ ਬੜਾ ਹੌਲਾ ਏ, ਐਵੇਂ ਸੱਟ ਨਾ ਲਵਾ ਲਵੀਂ, ਅਜੇ ਤੇਰੇ ਵੱਸ ਦੀ ਗੱਲ ਨਹੀਂ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚੋਂ ਫੌਜਾ ਸਿੰਘ ਨੇ ਲੱਖੀ ਨੂੰ ਉਦੋਂ ਕਹੇ ਜਦੋਂ ਉਹ ਅਜੇ 20 ਸਾਲਾਂ ਦਾ ਹੀ ਸੀ, ਪਰ ਉਹ ਪਿੰਡ ਦੇ ਦਾਇਰੇ ਵਿੱਚ ਪਏ ਉਸ ਭਾਰੇ ਪੱਥਰ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਉਸਦੇ ਮਰ ਚੁੱਕੇ ਬਾਪੂ ਵਰਿਆਮ ਸਿੰਘ ਤੋਂ ਬਿਨਾਂ ਕੋਈ ਹੋਰ ਗੱਭਰੂ ਆਪਣੀ ਛਾਤੀ ਉੱਤੇ ਵੀ ਨਹੀਂ ਸੀ ਚਾੜ ਸਕਿਆ। ਫੌਜਾ ਸਿੰਘ ਨੇ ਲੱਖੀ ਨੂੰ ਆਪਣੇ ਜ਼ੋਰਾਵਰ ਬਾਪੂ ਦੀ ਰੀਸ ਕਰਦਿਆਂ ਦੇਖ ਕੇ ਇਹ ਸ਼ਬਦ ਕਹੇ। ਵਿਆਖਿਆ। ਫੌਜਾ ਸਿੰਘ ਨੇ ਲੱਖੀ ਨੂੰ ਕਿਹਾ ਕਿ ਉਸਦੀ ਉਮਰ ਛੋਟੀ ਹੈ ਅਤੇ ਉਹ ਹਜੇ ਸਰੀਰ ਵਿੱਚ ਪੂਰੀ ਤਾਕਤ ਨਹੀਂ ਭਰੀ, ਇਸ ਕਰਕੇ ਉਹ ਇਸ ਭਾਰੇ ਪੱਥਰ ਨੂੰ ਚੁੱਕਣ ਦੀ ਐਵੇਂ ਕੋਸ਼ਿਸ਼ ਨਾ ਕਰੇ। ਅਜਿਹਾ ਨਾ ਹੋਵੇ ਕਿ ਇਸ ਤਰ੍ਹਾਂ ਕਰਦਿਆਂ ਉਸਦੇ ਕੋਈ ਸੱਟ ਫੇਟ ਲੱਗ ਜਾਵੇ। ਅਜੇ ਉਹ ਕੁਝ ਸਮਾਂ ਹੋਰ ਉਡੀਕੇ। ਜਦੋਂ ਉਸਦੇ ਸਰੀਰ ਵਿੱਚ ਆਪਣੇ ਬਾਪੂ ਵਰਗੀ ਤਾਕਤ ਆ ਜਾਵੇਗੀ, ਉਦੋਂ ਉਹ ਇਸ ਨੂੰ ਚੁੱਕਣ ਲਈ ਹੱਥ ਪਾਵੇ। ਅੱਗੇ। ਭੈਣ, ਇਹ ਪਹਾੜ ਜਿੱਡੀ ਹਜ਼ਾਤੀ ਤੂੰ ਸਰੀਕਾਂ ਵਿੱਚ ਕੱਟਣੀ ਏ, ਸਵਾਣੀ ਬਣ ਕੇ ਨਹੀਂ, ਮਰਦ ਬਣ ਕੇ, ਹੌਸਲੇ ਜੁਰਤ ਨਾਲ, ਬਹਾਦਰੀ ਨਾਲ। ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਰੱਖਾਂ ਤੇਰੇ ਪੁੱਤਰਾਂ ਨੂੰ, ਇਹ ਦਿਨਾਂ ਵਿੱਚ ਜਵਾਨ ਹੋ ਜਾਣਗੇ। ਪ੍ਰਸੰਗ। ਇਹ ਵਾਕ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਫੌਜਾ ਸਿੰਘ ਨੇ ਜਿੰਦਾ ਨੂੰ ਉਦੋਂ ਕਹੇ ਜਦੋਂ ਉਸਦੇ ਪਤੀ, ਜੋ ਕਿ ਉਸ ਦਾ ਭਗਵਟ ਭਰਾ ਸੀ, ਦੇ ਕਾਤਲ ਸੁਦਾਗਰ ਹੋਰੀ ਬਰੀ ਹੋਣ ਮਗਰੋਂ ਖੁਸ਼ੀ ਮਨਾਉਣ ਲਈ ਪਿੰਡ ਵਿੱਚ ਗਾਉਣ ਕਰਾ ਰਹੇ ਸਨ। ਵਿਆਖਿਆ। ਫੌਜਾ ਸਿੰਘ ਨੇ ਜਿੰਦਾ ਨਾਲ ਹਮਦਰਦੀ ਕਰਦਿਆਂ ਅਤੇ ਉਸਨੂੰ ਹੌਸਲੇ ਨਾਲ ਜ਼ਿੰਦਗੀ ਗੁਜ਼ਾਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਸਨੇ ਜ਼ਿੰਦਗੀ ਦਾ ਲੰਮਾ ਸਮਾਂ ਆਪਣੇ ਆਲੇ ਦੁਆਲੇ ਦੇ ਦੁਸ਼ਮਣਾਂ ਵਿੱਚ ਕੱਟਣਾ ਹੈ, ਇਸ ਕਰਕੇ ਉਹ ਆਪਣੇ ਆਪ ਨੂੰ ਔਰਤ ਸਮਝ ਕੇ ਕਦੇ ਹੌਸਲਾ ਨਾ ਢਾਵੇ, ਸਗੋਂ ਮਰਦਾਂ ਵਾਂਗ ਹੌਸਲੇ, ਜੁਰਤ ਅਤੇ ਬਹਾਦਰੀ ਨਾਲ ਰਹੇ। ਪਰਮਾਤਮਾ ਉਸਦੇ ਪੁੱਤਰਾਂ ਨੂੰ ਆਪਣੀ ਮਿਹਰ ਹੇਠਾਂ ਰੱਖ ਕੇ ਪਾਲੇਗਾ। ਉਹ ਛੇਤੀ ਹੀ ਜਵਾਨ ਹੋ ਜਾਣਗੇ ਅਤੇ ਉਸਦੀਆਂ ਸਾਰੀਆਂ ਲੋੜਾਂ ਤੋਂ ਇੱਛਾਵਾਂ ਨੂੰ ਪੂਰੀਆਂ ਕਰਨਗੇ, ਇਸੇ ਕਰਕੇ ਉਹ ਰਤਾ ਵੀ ਘਬਰਾਵੇ ਨਾ। ਅੱਗੇ। ਇਹ ਛਵੀ ਤੇ ਪੱਗ ਤੇਰੇ ਭਾਈਏ ਦੀ ਏ, ਅੱਜ ਤੋਂ ਤੂੰ ਇਹਨਾਂ ਦੋਹਾਂ ਛਾਵਾਂ ਦਾ ਵਾਰਸ ਏ, ਅੱਜ ਤੋਂ ਤੂੰ ਉਹਨਾਂ ਗੁਣਾਂ ਉੱਤੇ ਟੁਰਨਾ ਏ ਜਿਨ੍ਹਾਂ ਉੱਤੇ ਉਹ ਟੁਰਿਆ। ਉਹਦੀਆਂ ਜਾਰੀਆਂ ਤੇ ਦੁਸ਼ਮਣੀਆਂ ਨਿਭਾਉਣ ਦਾ ਕੌਲ ਇੱਕ ਮਰਦ ਜਵਾਨ ਅਤੇ ਆਪਣੇ ਪਿਓ ਦੇ ਪੁੱਤਰ ਵਾਂਗ ਤੂੰ ਮੈਨੂੰ ਦੇਣਾ ਏ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਜਿੰਦਾ ਨੇ ਆਪਣੇ ਪੁੱਤਰ ਲੱਖੀ ਨੂੰ ਗੱਭਰੂ ਹੁੰਦਿਆਂ ਦੇ ਕੇ ਉਦੋਂ ਕਹੇ ਜਦੋਂ ਉਹ ਆਪਣੇ ਪਸਾਰ ਵਿੱਚ ਦੀਵੇ ਦੀ ਨਿੰਮੀ ਲੋਹੇ ਭੜੋਲੇ ਵਿੱਚੋਂ ਕੱਢ ਕੇ ਕੇਸਰੀ ਪੱਗ ਦੀ ਛਵੀ ਉਸਨੂੰ ਦਿੰਦੀ ਹੈ ਅਤੇ ਉਸਨੂੰ ਉਸਦੇ ਬਾਪੂ ਦਾ ਵਾਰਸ ਥਾਪ ਦਿੰਦੀ ਹੈ। ਵਿਆਖਿਆ। ਜਿੰਦਾ ਲੱਖੀ ਨੂੰ ਕਹਿੰਦੀ ਹੈ ਕਿ ਉਹ ਇਹ ਪੱਗ ਅਤੇ ਛਵੀ ਦੋਵੇਂ ਚੀਜ਼ਾਂ ਉਸਦੇ ਬਾਪੂ ਦੀਆਂ ਹਨ। ਅੱਜ ਤੋਂ ਉਹ ਇਹਨਾਂ ਚੀਜ਼ਾਂ ਦਾ ਵਾਰਸ ਹੈ। ਇਸ ਦਾ ਮਤਲਬ ਹੈ ਕਿ ਅੱਜ ਤੋਂ ਉਸਨੇ ਉਹਨਾਂ ਅਸੂਲਾਂ 'ਤੇ ਤੁਰਨਾ ਹੈ ਜਿਨ੍ਹਾਂ ਉੱਤੇ ਉਹ ਤੁਰਦਾ ਰਿਹਾ, ਅਤੇ ਉਸਨੇ ਇਹਨਾਂ ਚੀਜ਼ਾਂ ਨੂੰ ਧਾਰਨ ਕਰਕੇ ਇੱਕ ਮਰਦ ਜਵਾਨ ਅਤੇ ਆਪਣੇ ਪਿਓ ਤੇ ਪੁੱਤ ਵਾਂਗ ਇਸ ਨੂੰ ਇਹ ਜ਼ਬਾਨ ਦੇਣੀ ਹੈ ਕਿ ਉਹ ਆਪਣੇ ਪਿਓ ਦੇ ਪਾਏ ਪੂਰਨਿਆਂ ਉੱਤੇ ਚੱਲਦਾ ਹੋਇਆ ਉਸਦੇ ਯਾਰਾਂ ਨਾਲ ਜਾਰੀ ਨਿਭਾਵੇਗਾ, ਪਰ ਦੁਸ਼ਮਣਾਂ ਤੋਂ ਬਦਲਾ ਲਵੇਗਾ। ਅੱਗੇ। ਇਹ ਛਵੀ ਤੇ ਪੱਗ ਤੇਰੇ ਭਾਈਏ ਦੀ ਆਣ ਸੀ, ਹੁਣ ਤੇਰੀ ਆਣ ਏ, ਇਹਨੂੰ ਜਿਉਂਦੀ ਜਾਗਦੀ ਰੱਖੀ। ਇੱਥੇ ਜਿਉਂਦਾ ਉਹੀ ਰਹਿੰਦਾ ਏ ਜਿਹਦੀ ਆਣ ਜਿਉਂਦੀ ਹੋਵੇ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਜਿੰਦਾ ਨੇ ਆਪਣੇ ਪੁੱਤਰ ਲੱਖੀ ਨੂੰ ਗੱਭਰੂ ਹੋਇਆ ਦੇ ਕੇ ਉਦੋਂ ਕਹੇ ਜਦੋਂ ਉਹ ਆਪਣੇ ਪਸਾਰ ਵਿੱਚ ਦੀਵੇ ਦੀ ਨਿੰਮੀ ਲੋਏ ਉਸਦੇ ਬਾਪੂ ਦੀ ਪੱਗ ਤੇ ਛਵੀ ਦੇ ਕੇ ਉਸਨੂੰ ਆਪਣਾ ਵਾਰਸ ਥਾਪਦਿਆਂ ਹੋਇਆ ਨਸੀਹਤਾਂ ਕਰਦੀ ਹੋਈ ਉਸਨੂੰ ਆਪਣੇ ਬਾਪੂ ਵਾਂਗ ਇੱਜ਼ਤ ਆਬਰੂ ਦਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀ ਹੈ।
ਵਿਆਖਿਆ। ਜਿੰਦਾ ਨੇ ਲੱਖੀ ਨੂੰ ਕਿਹਾ ਕਿ ਉਸ ਦੁਆਰਾ ਉਸਨੂੰ ਦਿੱਤੀ ਪੱਗ ਅਤੇ ਛਵੀ ਉਸਦੇ ਬਾਪੂ ਦੀ ਇੱਜ਼ਤ ਆਬਰੂ ਸੀ। ਹੁਣ ਇਸ ਨੂੰ ਧਾਰਨ ਕਰਨ ਨਾਲ ਉਹ ਇਸ ਦੀ ਇੱਜ਼ਤ ਆਬਰੂ ਦਾ ਚਿੰਨ੍ਹ ਬਣ ਗਈ ਹੈ। ਉਸ ਨੂੰ ਇਸ ਇੱਜ਼ਤ ਆਬਰੂ ਨੂੰ ਸਦਾ ਕਾਇਮ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਦੁਸ਼ਮਣਾਂ ਨਾਲ ਸਿੱਝਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਉਸੇ ਬੰਦੇ ਦਾ ਹੀ ਸਹੀ ਅਰਥਾਂ ਵਿੱਚ ਜਿਉਣਾ ਹੈ ਜਿਹੜਾ ਆਪਣੀ ਇੱਜ਼ਤ ਆਬਰੂ ਨੂੰ ਕਾਇਮ ਰੱਖਦਾ ਹੈ ਅਤੇ ਇਸ ਲਈ ਲੜਨ ਮਰਨ ਲਈ ਤਿਆਰ ਰਹਿੰਦਾ ਹੈ। ਅੱਗੇ ਅਤੇ ਨਾਲੇ ਇਹ ਵੀ ਸੁਣ ਲੈ, ਜਦੋਂ ਤੀਕਰ ਸੁਦਾਗਰ ਜਿਉਂਦਾ ਰਿਹਾ ਉਹਨਾਂ ਦਿਨਾਂ ਦਾ ਭਾਰ ਤੇਰੇ 'ਤੇ ਹੋਵੇਗਾ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚੋਂ ਜਿੰਦਾ ਨੇ ਆਪਣੇ ਪੁੱਤਰ ਲੱਖੀ ਨੂੰ ਗੱਭਰੂ ਹੋਇਆ ਦੇਖ ਕੇ ਉਸਨੂੰ ਉਸਦੇ ਬਾਪੂ ਦੀ ਪੱਗ ਤੇ ਛਵੀ ਸੌਂਪ ਕੇ ਉਸਨੂੰ ਉਸਦਾ ਵਾਰਸ ਥਾਪਦਿਆਂ ਉਸਨੂੰ ਆਪਣੇ ਬਾਪੂ ਦੀ ਤਰ੍ਹਾਂ ਆਪਣੀ ਇੱਜ਼ਤ ਆਬਰੂ ਦੀ ਖਾਤਰ ਦੁਸ਼ਮਣਾਂ ਨਾਲ ਲੜ ਮਰਨ ਦੀ ਨਸੀਹਤ ਕਰਦਿਆਂ ਕਹੇ ਅਤੇ ਨਾਲ ਹੀ ਇਸ਼ਾਰਾ ਕੀਤਾ ਕਿ ਉਸਦਾ ਆਪਣਾ ਬਾਪੂ ਦੇ ਕਾਤਲ ਸੁਦਾਗਰ ਤੋਂ ਬਦਲਾ ਲੈਣਾ ਪਹਿਲਾ ਕੰਮ ਹੈ ਅਤੇ ਜਿੰਨੀ ਛੇਤੀ ਉਹ ਇਸ ਨੂੰ ਅੰਜਾਮ ਦੇ ਸਕੇ ਓਨਾ ਹੀ ਚੰਗਾ ਹੈ। ਵਿਆਖਿਆ। ਜਿੰਦਾ ਨੇ ਲੱਖੀ ਨੂੰ ਕਿਹਾ ਕਿ ਉਸ ਦਾ ਨਸੀਹਤਾਂ ਦੇ ਨਾਲ ਉਹ ਉਸ ਦੀ ਇਹ ਗੱਲ ਦੀ ਪੱਲੇ ਬੰਨ੍ਹ ਲਵੇ ਕਿ ਉਹ ਚਾਹੁੰਦੀ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਬਾਪੂ ਦੇ ਕਾਤਲ ਸੁਦਾਗਰ ਨੂੰ ਮਾਰ ਕੇ ਉਸਦਾ ਬਦਲਾ ਲਵੇ। ਉਹ ਜਿੰਨੀ ਇਸ ਛੇਤੀ ਇਸ ਕੰਮ ਨੂੰ ਕਰੇਗਾ ਓਨਾ ਹੀ ਚੰਗਾ ਹੈ। ਉਹ ਜਿੰਨੀ ਇਸ ਕੰਮ ਵਿੱਚ ਦੇਰੀ ਕਰੇਗਾ ਓਨਾ ਹੀ ਉਸ ਦੀ ਇੱਜ਼ਤ ਆਬਰੂ ਲਈ ਬੁਰਾ ਹੋਵੇਗਾ। ਅੱਗੇ। ਜਾ ਰਹੇ ਪੁੱਤਰ, ਬਦਲਾ ਜ਼ਰੂਰ ਲਾਂਗੇ, ਸਹੁੰ ਗੁਰੂ ਦੀ ਉਹ ਵੇਲਾ ਆਣ ਚੁੱਕਾ ਏ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚੋਂ ਲਏ ਗਏ ਹਨ। ਨਾਵਲ ਵਿੱਚ ਜਦੋਂ ਦੀਪੋ ਲੱਖੀ ਨੂੰ ਇਸ ਗੱਲੋਂ ਵਰਜਦੀ ਹੈ ਕਿ ਉਹ ਆਪਣੇ ਬਾਪੂ ਦੇ ਕਾਤਲ ਵਾਲੀ ਥਾਂ ਉੱਤੇ ਜਾ ਕੇ ਰੋਇਆ ਨਾ ਕਰੇ ਅਤੇ ਨਾਲ ਹੀ ਕਹਿੰਦੀ ਹੈ ਕਿ ਉਸ ਦਾ ਵੱਸ ਚੱਲੇ ਤਾਂ ਉਹ ਤਾਏ ਦੇ ਕਤਲ ਦਾ ਬਦਲਾ ਸਾਮੋਂ ਉਰੇ ਲੈ ਲਵੇ। ਇਸ ਸਮੇਂ ਜਦੋਂ ਉਹਨਾਂ ਦੇ ਪਿੱਛੇ ਖਲੋਤਾ ਫੌਜਾ ਸਿੰਘ ਆਪਣੀ ਧੀ ਦੀ ਗੱਲ ਸੰਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਾ ਹੈ ਤਾਂ ਪੱਥਰ ਹੋਇਆ ਬੈਠਾ ਲੱਖੀ ਉਸ ਦੇ ਗਲ ਲੱਗ ਕੇ ਵੀ ਰੋਣ ਲੱਗ ਪੈਂਦਾ ਹੈ। ਤਾਂ ਇਹਨਾਂ ਸ਼ਬਦਾਂ ਨਾਲ ਫੌਜਾ ਸਿੰਘ ਉਸ ਨੂੰ ਜਰਾ ਤਸੱਲੀ ਰੱਖਣ ਲਈ ਕਹਿੰਦਾ ਹੈ। ਵਿਆਖਿਆ। ਫੌਜਾ ਸਿੰਘ ਲੱਖੀ ਨੂੰ ਆਪਣੇ ਬਾਪੂ ਦੇ ਕਤਲ ਨੂੰ ਯਾਦ ਕਰਕੇ ਰੋਣ ਤੋਂ ਚੁੱਪ ਕਰਾਉਂਦਾ ਹੋਇਆ ਕਹਿੰਦਾ ਹੈ ਕਿ ਉਹ ਜਰਾ ਸਬਰ ਤੇ ਹੌਸਲੇ ਨਾਲ ਰਹੇ। ਉਹ ਉਸ ਦੇ ਬਾਪੂ ਦੇ ਕਤਲ ਦਾ ਸੁਦਾਗਰ ਤੋਂ ਬਦਲਾ ਜ਼ਰੂਰ ਲੈਣਗੇ ਅਤੇ ਹੁਣ ਉਹ ਜਦੋਂ ਤਕੜਾ ਗੱਭਰੂ ਬਣ ਗਿਆ ਤਾਂ ਸਮਝੋ ਬਦਲਾ ਲੈਣ ਦਾ ਸਮਾਂ ਨੇੜੇ ਹੀ ਆ ਪਹੁੰਚਾ ਹੈ। ਓਏ ਵੀਰ, ਸਾਡੇ ਕਿਹੜਾ ਬਾਲਿਆਂ ਨੇ ਰੋਂਦੇ ਨੇ ਮਗਰੋਂ, ਜਿੰਨਾ ਇਹ ਤੂੰ ਦੂਰ ਏ ਓਨਾ ਹੀ, ਪਰ ਜ਼ਬਾਨੀ ਗੱਲਾਂ ਕਰਨ ਦਾ ਕੀ ਏ, ਅਸੀਂ ਤੈਨੂੰ ਮੈਦਾਨ ਵਿੱਚ ਨਿੱਤਰ ਕੇ ਵਿਖਾਵਾਂਗੇ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਮੱਖਣ ਨੇ ਲੱਖੀ ਨੂੰ ਉਦੋਂ ਕਹੇ ਜਦੋਂ ਉਹ ਧੂਣੀ ਦੁਆਲੇ ਬੈਠੇ ਸੁਦਾਗਰ ਤੇ ਵਰਿਆਮ ਸਿੰਘ ਦੇ ਕਤਲ ਦਾ ਬਦਲਾ ਲੈਣ ਦੇ ਤਰੀਕੇ ਬਾਰੇ ਆਪਣੀ ਸਲਾਹ ਦੇ ਰਹੇ ਸਨ ਅਤੇ ਲੱਖੀ ਉਹਨਾਂ ਨੂੰ ਡਰਦੇ ਹੋਣਾ ਦਾ ਮਹਿਨਾ ਦਿੰਦਾ ਹੋਇਆ ਉਹਨਾਂ ਸਾਰਿਆਂ ਨੂੰ ਅੱਗੇ ਪਿੱਛੇ ਹੋ ਜਾਣ ਤੇ ਉਹ ਆਪ ਇਕੱਲਾ ਹੀ ਇਹ ਕੰਮ ਕਰਨ ਦੀ ਗੱਲ ਕਰਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਜੇਕਰ ਉਹ ਫਾਹੇ ਵੀ ਲੱਗ ਗਿਆ ਤਾਂ ਪਿੱਛੋਂ ਕਿਹੜਾ ਉਸਦੇ ਨਿਆਣੇ ਰੋਂਦੇ ਰਹਿਣਗੇ। ਉਸ ਦਾ ਸਾਰਿਆਂ ਨੂੰ ਡਰਦੇ ਹੋਣ ਦਾ ਇਹ ਮਹਿਨਾ ਸੁਣ ਕੇ ਜਿਹੀ ਜਰਾ ਤਲਖੀ ਵਿੱਚ ਆਇਆ ਮੱਖਣ ਲੱਖੀ ਨੂੰ ਇਹ ਸ਼ਬਦ ਕਹਿੰਦਾ ਹੈ। ਵਿਆਖਿਆ। ਮੱਖਣ ਨੇ ਉਸ ਨੂੰ ਜਰਾ ਤਲਖੀ ਅਤੇ ਨਾਲ ਹੀ ਪਿਆਰ ਨਾਲ ਵੀਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਪਿੱਛੇ ਨਿਆਣੇ ਨਾ ਹੋਣ ਕਰਕੇ ਫਾਹੇ ਲੱਗਣ ਤੋਂ ਨਹੀਂ ਡਰਦਾ ਤਾਂ ਉਹਨਾਂ ਦੇ ਕਿਹੜਾ ਪਿੱਛੇ ਨਿਆਣੇ ਹਨ ਜਿਨ੍ਹਾਂ ਕਰਕੇ ਉਹ ਉਹਨਾਂ ਨੂੰ ਫਾਹੇ ਲੱਗਣ ਤੋਂ ਡਰਨ ਦਾ ਮਿਹਣਾ ਦਿੰਦਾ ਹੈ। ਇਸ ਸੰਬੰਧੀ ਵਾਕਿਆਂ ਦੀ ਹਾਲਤ ਵੀ ਉਸ ਵਰਗੀ ਹੀ ਹੈ, ਪਰ ਉਸ ਦੁਆਰਾ ਅਜਿਹੀਆਂ ਨਿੱਕੀਆਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ। ਉਹ ਮੌਕਾ ਆਉਣ 'ਤੇ ਉਸ ਨੂੰ ਮੈਦਾਨ ਵਿੱਚ ਨਿੱਤਰ ਕੇ ਦਿਖਾਉਣਗੇ ਅਤੇ ਸੁਦਾਗਰ ਦਾ ਬਦਲਾ ਲੈਣ ਤੋਂ ਕੰਮ ਵਿੱਚ ਪੂਰਾ ਹਿੱਸਾ ਪਾਉਣਗੇ। ਲੈ ਭਾਈਆ, ਅੱਜ ਤੇਰੀ ਰੱਤ ਦੇ ਬਦਲੇ 19 ਰੱਤ ਇਸ ਦਰਿਆ ਵਿੱਚ ਘੋਲ ਦਿੱਤੀ ਹੈ। ਪ੍ਰਸੰਗ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਲੱਖੀ ਨੇ ਸੁਦਾਗਰ ਦਾ ਕੁਤਰਾ ਕਰਕੇ ਦਰਿਆ ਵਿੱਚ ਰੋੜਨ ਮਗਰੋਂ ਉਸ ਹੱਥੋਂ ਮਾਰੇ ਗਏ ਆਪਣੇ ਭਾਈਏ ਦੀ ਆਤਮਾ ਨੂੰ ਸੰਬੋਧਨ ਕਰਦਿਆਂ ਕਹੇ। ਵਿਆਖਿਆ। ਲੱਖੀ ਨੇ ਸੁਦਾਗਰ ਨੂੰ ਮਾਰਨ ਮਗਰੋਂ ਜਦੋਂ ਗੰਡਾਸੇ ਨਾਲ ਉਸ ਦਾ ਸਰੀਰ ਕੁਤਰਾ ਕਰਕੇ ਦਰਿਆ ਵਿੱਚ ਰੋੜ ਦਿੱਤਾ ਤਾਂ ਉਸ ਦੇ ਮਨ ਨੂੰ ਤਸੱਲੀ ਹੋਈ ਕਿ ਉਸ ਨੇ ਆਪਣੇ ਬਾਪ ਦੇ ਕਾਤਲ ਤੋਂ ਬਦਲਾ ਲੈ ਲਿਆ ਹੈ ਅਤੇ ਉਸ ਦਾ ਇਹੋ ਤਸੱਲੀ ਉਸ ਦੇ ਇਹਨਾਂ ਸ਼ਬਦਾਂ ਵਿੱਚੋਂ ਜ਼ਾਹਰ ਹੁੰਦੀ ਹੈ ਜੋ ਉਸ ਨੇ ਆਪਣੇ ਭਾਈਏ ਦੀ ਆਤਮਾ ਨੂੰ ਸੰਬੋਧਨ ਕਰਦਿਆਂ ਕਹੀ। ਉਸ ਨੇ ਕਿਹਾ ਕਿ ਅੱਜ ਉਸ ਨੇ ਸੁਦਾਗਰ ਤੋਂ ਆਪਣੇ ਭਾਈਏ ਦੇ ਕਤਲ ਦਾ ਬਦਲਾ ਉਸੇ ਤਰ੍ਹਾਂ ਹੀ ਲਿਆ ਹੈ ਜਿਸ ਤਰ੍ਹਾਂ ਉਸ ਨੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਦਰਿਆ ਵਿੱਚ ਰੋੜ ਕੇ ਖੁਰਦ-ਬੁਰਦ ਕੀਤੀ ਸੀ। ਅੱਜ ਉਸ ਨੇ ਵੀ ਉਸੇ ਤਰ੍ਹਾਂ ਸੁਦਾਗਰ ਦਾ ਕੁਤਰਾ ਕਰਕੇ ਦਰਿਆ ਵਿੱਚ ਰੋੜ ਕੇ ਉਸ ਵਿੱਚ ਓਨਾ ਹੀ ਖੂਨ ਘੋਲ ਦਿੱਤਾ ਹੈ ਜਿੰਨਾ ਸੁਦਾਗਰ ਨੇ ਉਸ ਦੇ ਬਾਪੂ ਦੇ ਟੁਕੜੇ ਰੋੜਨ ਨਾਲ ਘੋਲਿਆ ਸੀ। ਅੱਗੇ। ਖਾਲੀ ਹੱਥ ਕੀ, ਸੱਪ ਜਿੱਥੇ ਲੱਭੇ ਉੱਥੇ ਸਿਰੀ ਚਿੱਥ ਦੇਣੀ ਚਾਹੀਦੀ ਹੀ ਬਣਦੀ ਹੈ। ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਅਹਿਮਦ ਖਾਨ ਨੇ ਲੱਖੀ ਨੂੰ ਉਦੋਂ ਕਹੇ ਜਦੋਂ ਉਹ ਦੋਵੇਂ ਜਣੇ ਸ਼ਰਾਬ ਪੀ ਰਹੇ ਸਨ ਅਤੇ ਨਸ਼ੇ ਵਿੱਚ ਲੱਖੀ ਜੋ ਕਿ ਆਪਣੇ ਬਾਪ ਦੇ ਕਾਤਲ ਸੁਦਾਗਰ ਤੋਂ ਬਦਲਾ ਲੈਣ ਪਿੱਛੋਂ ਉਖੜਿਆ ਰਹਿੰਦਾ ਸੀ ਅਹਿਮਦ ਨੂੰ ਪੁੱਛਦਾ ਹੈ ਜੇ ਉਸ ਦੇ ਸਾਹਮਣੇ ਦੁਸ਼ਮਣ ਨਿਹੱਥਾ ਹੋਵੇ ਪਰ ਉਸ ਤੋਂ ਬਾਪੂ ਦਾ ਬਦਲਾ ਵੀ ਲੈਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ। ਅਸਲ ਵਿੱਚ ਲੱਖੀ ਦੇ ਮੂੰਹੋਂ ਇਹ ਗੱਲਾਂ ਉਸ ਦੀ ਉਖੜੀ ਹੋਈ ਬੇਚੈਨ ਮਾਨਸਿਕਤਾ ਹੀ ਕਰਵਾ ਰਹੀ ਸੀ। ਵਿਆਖਿਆ। ਲੱਖੀ ਦੀ ਗੱਲ ਦਾ ਜਵਾਬ ਦਿੰਦਿਆਂ ਅਹਿਮਦ ਨੇ ਕਿਹਾ ਕਿ ਦੁਸ਼ਮਣ ਭਾਵੇਂ ਨਿਹੱਥਾ ਹੋਵੇ ਜਾਂ ਨਾ, ਉਹ ਜਿੱਥੇ ਵੀ ਮਿਲੇ ਉਸ ਨੂੰ ਇੱਕਦਮ ਮਾਰ ਮੁਕਾਉਣਾ ਚਾਹੀਦਾ ਹੈ। ਪਰੰਤੂ ਇਹ ਗੱਲ ਲੱਖੀ ਦੀ ਤਸੱਲੀ ਨਹੀਂ ਕਰਦੀ ਕਿਉਂਕਿ ਉਸ ਦਾ ਦੁਸ਼ਮਣ ਸੁਦਾਗਰ ਉਸ ਦੇ ਸਾਹਮਣੇ ਹਥਿਆਰ ਸੁੱਟ ਕੇ ਆਕੜ ਕੇ ਖੜਾ ਹੋ ਗਿਆ ਸੀ। ਹਾਂਜੀ। ਭਾਈ, ਉਹ ਕਿਤੇ ਵੀ ਜਾਵੇ ਸਾਥੋਂ ਲੁਕ ਨਹੀਂ ਸਕਦਾ। ਧਰਮ ਨਾਲ ਜੇ ਉਹ ਅਸਮਾਨੀ ਚੜ੍ਹੇਗਾ ਉਸ ਨੂੰ ਲੱਤੋਂ ਫੜ ਕੇ ਖਿੱਚ ਲਵਾਂਗੇ ਅਤੇ ਜੇ ਜ਼ਮੀਨ ਵਿੱਚ ਵੜੇਗਾ ਤਾਂ ਉਸ ਨੂੰ ਬੋਧੀਓਂ ਫੜ ਕੇ ਉਤਾਂਹ ਕੱਢ ਲਵਾਂਗੇ।
ਪ੍ਰਸੰਗ ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਮੱਖਣ ਨੇ ਆਪਣੇ ਬਾਪੂ ਫੌਜਾ ਸਿੰਘ ਨੂੰ ਉਦੋਂ ਕਹੇ ਜਦੋਂ ਉਹ ਉਸ ਨੂੰ ਤੇ ਝੰਡੇ ਨੂੰ ਕਹਿੰਦਾ ਹੈ ਕਿ ਉਸ ਨੂੰ ਸਮਝ ਨਹੀਂ ਲੱਗ ਰਹੀ ਕਿ ਸੁਦਾਗਰ ਸਿੰਘ ਕਿੱਥੇ ਗਿਆ। ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਇਹ ਭੇਤ ਨਹੀਂ ਸੀ ਕਿ ਸੁਦਾਗਰ ਸਿੰਘ ਨੂੰ ਲੱਖੀ ਨੇ ਮਾਰ ਦਿੱਤਾ ਹੈ ਤੇ ਦੀਪੇ ਨੇ ਇਸ ਕੰਮ ਵਿੱਚ ਉਸ ਦੀ ਸਹਾਇਤਾ ਕੀਤੀ ਹੈ। ਵਿਆਖਿਆ ਫੌਜੇ ਦੇ ਮੂੰਹ ਸੁਦਾਗਰ ਦੇ ਕਿਧਰੇ ਗਾਇਬ ਹੋਣ ਸੰਬੰਧੀ ਹੈਰਾਨੀ ਪ੍ਰਗਟ ਕਰਨ ਉੱਤੇ ਮੱਖਣ ਉਸ ਨੂੰ ਕਹਿੰਦਾ ਹੈ ਕਿ ਉਹ ਉਹਨਾਂ ਤੋਂ ਬਚ ਕੇ ਨਹੀਂ ਰਹਿ ਸਕਦਾ। ਉਹ ਕਸਮ ਖਾ ਕੇ ਕਹਿੰਦਾ ਹੈ ਕਿ ਜੇ ਉਹ ਅਸਮਾਨ ਉੱਤੇ ਚੜ੍ਹ ਜਾਵੇ ਤਾਂ ਉਸ ਨੂੰ ਲੱਤੋਂ ਫੜ ਕੇ ਥੱਲੇ ਲਾ ਲੈਣਗੇ, ਜੇਕਰ ਉਹ ਧਰਤੀ ਵਿੱਚ ਵੜੇਗਾ ਤਾਂ ਉਸ ਨੂੰ ਬੋਧੀਓਂ ਫੜ ਕੇ ਉਤਾਂਹ ਕੱਢ ਲੈਣਗੇ ਤੇ ਉਸ ਦੇ ਤਾਏ ਦੇ ਕਤਲ ਦਾ ਪੂਰਾ ਬਦਲਾ ਲੈਣਗੇ। ਕੋਠੇ ਜਿੱਡੀ ਧੀ ਬੂਹੇ 'ਤੇ ਬੈਠੀ ਏ, ਉਹਦੇ ਲਈ ਜ਼ਮੀਨ ਨਹੀਂ ਪਾਉਂਦਾ ਗਿਆਨੀ, ਤੂੰ ਜਾਰੀਆਂ ਨਿਭਾਉਂਦਾ ਹੀ ਮਰ ਜਾਣਾ ਏ। ਪ੍ਰਸੰਗ ਇਹ ਸ਼ਬਦ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਤਾਂਬਾ ਨੇ ਆਪਣੇ ਪਤੀ ਫੌਜਾ ਸਿੰਘ ਨੂੰ ਉਦੋਂ ਕਹੇ ਜਦੋਂ ਉਹ ਕਹਿੰਦਾ ਹੈ ਕਿ ਉਹ ਆਪਣੇ ਪੁੱਤਰ ਮੱਖਣ ਸਿੰਘ ਦਾ ਵਿਆਹ ਮਗਰੋਂ ਪਰੰਤੂ ਆਪਣੇ ਮਰ ਚੁੱਕੇ ਜ਼ਾਰ ਵਰਿਆਮ ਸਿੰਘ ਦੇ ਪੁੱਤਰ ਝੰਡੇ ਦਾ ਵਿਆਹ ਪਹਿਲਾਂ ਕਰੇਗਾ ਤੇ ਇਸ ਦਾ ਮੰਤਵ ਲਈ ਉਹ ਜ਼ਮੀਨ ਵੀ ਗਹਿਣੇ ਪਾ ਦੇਵੇਗਾ ਤਾਂ ਜੋ ਲੋਕ ਨਾ ਕਹਿਣ ਕਿ ਉਸ ਦਾ ਆਪਣਾ ਪੁੱਤਰ ਵਿਆਹ ਲਿਆ ਤੇ ਉਸ ਦੇ ਜ਼ਾਰ ਦਾ ਪੁੱਤਰ ਪਿੱਛੇ ਰਹਿ ਗਿਆ। ਵਿਆਖਿਆ ਤਾਂਬਾ ਨੂੰ ਆਪਣੇ ਪਤੀ ਦੀ ਫੌਜੇ ਦੀ ਗੱਲ ਸੁਣ ਕੇ ਇਹ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੀ ਕਿ ਉਸ ਦਾ ਘਰ ਉਸ ਦੀ ਆਪਣੀ ਪੂਰੀ ਤਰ੍ਹਾਂ ਜਵਾਨ ਹੋ ਚੁੱਕੀ ਧੀ ਹੈ। ਉਹ ਉਸ ਦੇ ਵਿਆਹ ਲਈ ਤਾਂ ਜ਼ਮੀਨ ਗਹਿਣੇ ਰੱਖਣ ਦੀ ਗੱਲ ਨਹੀਂ ਕਰਦਾ ਪਰੰਤੂ ਜ਼ਾਰ ਦੇ ਮੁੰਡੇ ਦੇ ਵਿਆਹ ਲਈ ਉਹ ਸਭ ਕੁਝ ਕਰਨ ਲਈ ਤਿਆਰ ਹੈ। ਇਸ ਤਰ੍ਹਾਂ ਉਸਨੇ ਤਾਂ ਸਾਰੀ ਉਮਰ ਜਾਰੀਆਂ ਨਿਭਾਉਂਦੇ ਹੀ ਖਤਮ ਹੋ ਜਾਣਾ ਹੈ ਤੇ ਆਪਣੇ ਘਰ ਦੀ ਕੋਈ ਕੰਮ ਨਹੀਂ ਕਰਨਾ। ਹਾਏ ਵੇ ਵੀਰ, ਜੱਟ ਦਾ ਪੁੱਤ ਹੋ ਕੇ ਇਹ ਕੀ ਗੱਲ ਕਰਨਾ ਏ ਵੇ, ਮੱਛੀਆਂ ਤੇ ਡੱਡੂਆਂ ਦੇ ਬੱਚਿਆਂ ਨੂੰ ਕਦੇ ਕਿਸੇ ਤਰਨਾ ਸਿਖਾਇਆ ਏ। ਲਓ ਸੁਣੋ ਇਸ ਮੁੰਡੇ ਦੀ ਗੱਲ। ਵੇ ਵੱਡਾ ਭਰਾ, ਕਿੰਨਾ ਕੁ ਚਿਰ ਆਪਣਾ ਹੱਡ ਰੋਲੇਗਾ। ਮੇਰੇ 100 ਸੁਖਨਾ ਦਾ ਪੁੱਤਰ ਮਿੱਟੀ ਨਾਲ ਮਿੱਟੀ ਹੋ ਜਾਂਦਾ ਏ ਤੇ ਕੰਮ ਕਰਕੇ ਸਾਰਾ ਵਰਾ। ਜੇ ਤੂੰ ਲੁੰਡਾ ਚਿੜਾ ਪਹਾੜਾਂ ਦਾ ਸਾਥੀ, ਨਾ ਕੋਈ ਚਿੰਤਾ ਨਾ ਕੋਈ ਫਿਕਰ ਨਾ ਕਬੀਲਦਾਰੀ ਵੇ, ਪਰ ਕਿੰਨੇ ਕੁ ਦਿਨ ਭਾਈ ਵੀਰ, ਆਖਰ ਤੂੰ ਵੀ ਤਾਂ ਘਰ ਵਸਾਣਾ ਏ ਤੇ ਫਿਰ ਸਾਰੀਆਂ ਸਮਝ ਆ ਜਾਣਗੀਆਂ ਆਪਣੇ ਆਪ। ਵੇ ਫਿਰ ਕੀ ਕਰੇਗਾ ਵੱਡਿਆ ਲਾਟ ਸਾਹਿਬਾ। ਪ੍ਰਸੰਗ ਇਹ ਵਾਕ ਅਫਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੁਆਬਾ ਵਿੱਚ ਜਿੰਦਾ ਆਪਣੇ ਪੁੱਤਰ ਲੱਖੀ ਨੂੰ ਉਦੋਂ ਕਹਿੰਦੀ ਹੈ ਜਦੋਂ ਉਹ ਉਸ ਦੇ ਕਹਿਣ ਉੱਤੇ ਆਪਣੇ ਭਰਾ ਝੰਡਾ ਨਾਲ ਖੇਤੀ ਵਿੱਚ ਹੱਥ ਵਟਾਉਣ ਲਈ ਹਾਮੀ ਨਹੀਂ ਭਰਦਾ ਤੇ ਆਖਦਾ ਕਿ ਉਸ ਨੂੰ ਤਾਂ ਹਲ ਦੀ ਜੰਗੀ ਵੀ ਫੜਨੀ ਨਹੀਂ ਆਉਂਦੀ। ਵਿਆਖਿਆ ਲੱਖੀ ਦੀ ਮਾਂ ਜਿੰਦਾ ਉਸ ਨੂੰ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਕਿ ਉਹ ਖੇਤੀ ਵਿੱਚ ਭਰਾ ਦਾ ਹੱਥ ਇਸ ਕਰਕੇ ਨਹੀਂ ਵਟਾਉਂਦਾ ਕਿਉਂਕਿ ਉਸ ਨੂੰ ਹਲ ਦੀ ਜੰਗੀ ਨਹੀਂ ਫੜਨੀ ਆਉਂਦੀ। ਉਹ ਕਹਿੰਦੀ ਹੈ ਕਿ ਜੱਟਾਂ ਦੇ ਪੁੱਤਰ ਦੇ ਖੂਨ ਵਿੱਚ ਹੀ ਹਲ ਵਾਹੁਣ ਦੀ ਰੁਚੀ ਹੁੰਦੀ ਹੈ। ਉਹ ਬਿਨਾਂ ਸਿੱਖਿਆ ਹੀ ਇਹ ਕੰਮ ਕਰਨ ਲੱਗ ਪੈਂਦੇ ਹਨ। ਜਿਸ ਤਰ੍ਹਾਂ ਮੱਛੀਆਂ ਦੇ ਡੱਡੂਆਂ ਦੇ ਬੱਚਿਆਂ ਨੂੰ ਕੋਈ ਤਰਨਾ ਨਹੀਂ ਸਿਖਾਉਂਦਾ ਪਰ ਉਹਨਾਂ ਨੂੰ ਫਿਰ ਵੀ ਤਰਨਾ ਆ ਜਾਂਦਾ। ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦਾ ਭਰਾ ਇਕੱਲਾ ਬਹੁਤ ਸਮਾਂ ਖੇਤਾਂ ਵਿੱਚ ਹੱਡ ਰੋਲਦਾ ਨਹੀਂ ਰਹਿ ਸਕਦਾ। ਨਾਲ ਹੀ ਉਹ ਉਸ ਤੋਂ 100 ਸੁਖਨਾ ਨਾਲ ਲਿਆ ਹੋਇਆ ਪੁੱਤਰ ਹੈ। ਉਹ ਚਾਹੁੰਦੀ ਹੈ ਕਿ ਸਾਰਾ ਭਾਰ ਉਸ ਦੇ ਮੋਢਿਆਂ 'ਤੇ ਨਾ ਪਵੇ ਪਰ ਉਹ ਇਸ ਦੇ ਉਲਟ ਰਿਹਾ ਹੈ ਕਿ ਉਹ ਸਾਰਾ ਸਾਲ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਹੈ ਪਰ ਉਸ ਵੇਲੜ ਤੇ ਅਵਾਰਾਗਰਦ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ। ਇਸ ਦਾ ਕਾਰਨ ਉਸ ਦੀ ਕਬੀਲਦਾਰੀ ਦਾ ਨਾ ਹੋਣਾ ਵੀ ਹੈ ਪਰ ਇਹ ਗੱਲ ਬਹੁਤਾ ਚਿਰ ਨਹੀਂ ਚੱਲਣੀ। ਅਖੀਰ ਉਸਨੇ ਵੀ ਘਰ ਵਸਾਉਣਾ ਹੈ ਤੇ ਫਿਰ ਉਸ ਨੂੰ ਸਭ ਸਮੱਸਿਆਵਾਂ ਦੀ ਸਮਝ ਆ ਜਾਵੇਗੀ। ਉਸ ਨੂੰ ਫਿਕਰ ਹੈ ਕਿ ਲਾਟ ਸਾਹਿਬ ਬਣ ਕੇ ਫਿਰਨ ਵਾਲਾ ਉਦੋਂ ਕੀ ਕਰੇਗਾ। ਉਸ ਦਾ ਮਤਲਬ ਸੀ ਕਿ ਉਸ ਨੂੰ ਹੁਣੇ ਹੀ ਸੰਭਲਣਾ ਚਾਹੀਦਾ ਹੈ ਤੇ ਜ਼ਿੰਮੇਵਾਰੀਆਂ ਸੰਭਾਲਣੀਆਂ ਚਾਹੀਦੀਆਂ। ਸੋ ਵਿਦਿਆਰਥੀਓ, ਇਹ ਸੀਗੀਆਂ ਪ੍ਰਮੁੱਖ ਸਤਰਾਂ। ਬਾਕੀ ਰਹਿੰਦੀਆਂ ਸਤਰਾਂ ਦੀ ਵਿਆਖਿਆ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਧੰਨਵਾਦ। ਥੈਂਕਸ। ਹੈਵ ਅ ਨਾਈਸ ਡੇ।